ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ ਅਧਿਆਇ ਹੈ ਸਾਡੇ ਕੋਲ ਤ੍ਰਿਭੁਜ। तो त्रिभुज चैप्टर ਦੀ त्रिभुज ਅਧਿਆਇ ਦੀ ਅੱਜ ਇੱਕ ਮਹੱਤਵਪੂਰਨ ਥਿਓਰਮ ਅਸੀਂ ਕਰਨ ਜਾ ਰਹੇ ਹਾਂ। ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗਾਂ ਦੇ ਬਰਾਬਰ ਹੁੰਦਾ ਹੈ। ਠੀਕ ਹੈ, तो ਥਿਓਰਮ ਤੋਂ ਬਾਅਦ ਅਸੀਂ ਇਸੇ ਹੀ ਥਿਓਰਮ ਦੇ ਉੱਤੇ ਬੇਸਡ ਕੁਝ ਨਾ ਕੁਝ ਸਵਾਲ ਵੀ ਜਿਹੜੇ ਅੱਜ ਦੇ ਲੈਸਨ ਵਿੱਚ ਹੱਲ ਕਰਾਂਗੇ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤਾਂ ਕਿ ਹਰ ਦੱਸੀ ਜਾਂਦੀ ਜਾਣਕਾਰੀ ਨੂੰ, ਹਰ ਦੱਸੀ ਜਾਂਦੀ ਚੀਜ਼ ਨੂੰ ਤੁਸੀਂ ਨੋਟ ਵੀ ਕਰ ਸਕੋ। ਠੀਕ ਹੈ ਵਿਦਿਆਰਥੀਓ, तो आओ शुरू करते हैं ਅੱਜ ਦਾ ਲੈਸਨ। ਸੋ ਅੱਜ ਜਿਹੜੀ ਅਸੀਂ ਪ੍ਰਮੇय ਕਰਨੀ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਪਰਿਭਾਸ਼ਾ। ਸਭ ਤੋਂ ਪਹਿਲਾਂ ਸਮਰੂਪ ਤ੍ਰਿਭੁਜਾਂ ਦੇ ਖੇਤਰਫਲ। ਪ੍ਰਮੇय ਦੀ ਪਰਿਭਾਸ਼ਾ ਸਾਡੇ ਕੋਲ ਹੈ ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਦੋ ਤ੍ਰਿਭੁਜਾਂ ਜਿਹੜੀਆਂ ਬਣਾ ਲੈਂਦੇ ਹਾਂ। ਫਿਰ ਜਿਵੇਂ ਅਸੀਂ ਪ੍ਰਮੇय ਨੂੰ ਹੱਲ ਕਰਦੇ ਹੁੰਦੇ ਹਾਂ, ਸਭ ਤੋਂ ਪਹਿਲਾਂ ਦਿੱਤਾ ਹੈ ਅਸੀਂ ਲਿਖਾਂਗੇ, ਫਿਰ ਅਸੀਂ ਇਹਦੇ ਵਿੱਚ ਕੀ ਸਿੱਧ ਕਰਨਾ ਹੈ, ਉਸ ਤੋਂ ਬਾਅਦ ਰਚਨਾ ਤੇ ਫਿਰ ਸਬੂਤ। ਠੀਕ ਹੈ, ਸਟੈਪ ਵਾਈਜ਼ ਅਸੀਂ ਹਰ ਚੀਜ਼ ਇਹਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਦੋ ਤ੍ਰਿਭੁਜਾਂ ਜਿਹੜੀਆਂ ਆਪਾਂ ਬਣਾਵਾਂਗੇ। ਸੋ ਪਹਿਲਾ ਸਟੈਪ ਸਾਡੇ ਕੋਲ ਆਏਗਾ, ਦਿੱਤਾ ਹੈ ਸਾਨੂੰ ਦੋ ਤ੍ਰਿਭੁਜਾਂ ABC ਤੇ PQR ਮੰਨ ਲਓ ਕਿ ਦਿੱਤੀਆਂ ਹੋਈਆਂ ਨੇ ਜਿਹੜੀਆਂ ਕਿ ਆਪਸ ਦੇ ਵਿੱਚ ਸਮਰੂਪ ਨੇ। ਠੀਕ ਹੈ, ਤ੍ਰਿਭੁਜ ABC ਅਤੇ ਤ੍ਰਿਭੁਜ PQR ਇਸ ਤਰ੍ਹਾਂ ਹਨ ਕਿ ट्रायंगल ABC त्रिभुज ABC ਇਹ ਸਮਰੂਪ ਹੈ त्रिभुज PQR। ठीक है, ये दोनों त्रिभुजां ਸਮਰੂਪ ਨੇ। ਸਮਰੂਪ ਆਕਿਰਤੀਆਂ ਦੇ ਬਾਰੇ ਸਾਨੂੰ ਪਤਾ ਹੈ ਉਹ ਆਕਿਰਤੀਆਂ ਜਿਨ੍ਹਾਂ ਦੀ ਜਿਹੜੀ ਸ਼ੇਪ ਹੈ ਉਹ ਸਾਡੇ ਕੋਲ ਇੱਕੋ ਜਿਹੀ ਹੋਏਗੀ, ਪਰ ਜਿਹੜੇ ਇਹਨਾਂ ਦੇ ਆਕਾਰ ਨੇ, ਸਾਈਜ਼ ਹੈ ਉਹ ਜਿਹੜਾ ਡਿਫਰੈਂਟ ਹੋ ਸਕਦਾ ਹੈ। ਇਹਨਾਂ ਦੇ ਸਾਡੇ ਕੋਲ ਸਮਰੂਪ ਤ੍ਰਿਭੁਜਾਂ ਦੇ ਤਿੰਨੋਂ ਕੋਣ ਜਿਹੜੇ ਆ ਉਹ ਵੀ ਆਪਸ ਬਰਾਬਰ ਹੁੰਦੇ ਆ। ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਜਿਹੜੇ ਅਨੁਪਾਤ ਹੈ ਉਹ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ ਨੇ। ਠੀਕ ਹੈ, ਇੱਥੇ ਅਸੀਂ ਲਿਖ ਲੈਂਦੇ ਹਾਂ ਭਾਵ तो दोनों त्रिभुजां ਦੇ ਸਮਰੂਪ ਹੋਣ ਦਾ ਭਾਵ ਹੈ ਕਿ ਇਹਨਾਂ ਦੇ ਸੰਗਤ ਭੁਜਾਵਾਂ ਦੇ ਅਨੁਪਾਤ ਹੈ ਜਿਹੜੇ ਉਹ ਸਾਡੇ ਕੋਲ ਬਰਾਬਰ ਹੋਣਗੇ। AB ਵਟਾ PQ ਇਹ ਬਰਾਬਰ ਹੋਏਗਾ BC ਵਟਾ QR ਦੇ और AC ਵਟਾ PR। ठीक है, तो संगत भुजावां AB ਵਟਾ PQ, BC ਵਟਾ QR ਤੇ AC ਵਟਾ PR। तो संगत ਭੁਜਾਵਾਂ ਦੇ ਜਿਹੜੇ ਅਨੁਪਾਤ ਹੈ ਉਹ ਸਾਡੇ ਕੋਲ ਸਮਾਨ ਨੇ। ਇਹਨੂੰ ਅਸੀਂ ਨੰਬਰ 1 ਮਾਰਕ ਕਰ ਲੈਣੇ, ਇਹਦੀ ਸਾਨੂੰ ਅੱਗੇ ਲੋੜ ਵੀ ਪਏਗੀ। ਠੀਕ ਹੈ, ਸੋ ਇਸ ਤੋਂ ਬਾਅਦ ਅਗਲਾ ਸਟੈਪ ਸਾਡੇ ਕੋਲ ਹੁੰਦਾ ਹੈ ਅਸੀਂ ਲਿਖਣਾ ਹੈ ਕਿ ਅਸੀਂ ਸਿੱਧ ਕੀ ਕਰਨਾ ਹੈ, ਸਿੱਧ ਕਰਨਾ। ਸੋ ਅਸੀਂ ਸਿੱਧ ਕਰਾਂਗੇ ਕਿ ਏਰੀਆ ਜਿਹੜਾ ਹੈ ਸਾਡੇ ਕੋਲ ਖੇਤਰਫਲ ਹੈ ਤ੍ਰਿਭੁਜ ABC, ਇਸ ਦਾ ਅਨੁਪਾਤ ਅਸੀਂ ਦੇਖਣਾ ਹੈ ਏਰੀਆ ਆਫ ਟ੍ਰਾਇੰਗਲ PQR। ठीक है, त्रिभुज PQR ਦਾ ਖੇਤਰਫਲ ਇਹ ਬਰਾਬਰ ਹੋਏਗਾ AB ਵਟਾ PQ ਸਕੁਆਇਰ C ਵਟਾ QR ਸਕੁਆਇਰ ਅਤੇ ਬਰਾਬਰ ਹੋਏਗਾ AC ਵਟਾ PR ਸਕੁਆਇਰ। ਠੀਕ ਹੈ, त्रिभुज ਦਾ ਜਿਹੜਾ ਦੋਨੋਂ ਤ੍ਰਿਭੁਜਾਂ ਦਾ ਅਨੁਪਾਤ ਹੈ ਉਹ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਸਮਾਨ ਹੋਏਗਾ। ਇਹ ਅਸੀਂ ਸਿੱਧ ਕਰਨਾ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਰਚਨਾ ਥੋੜੀ ਜੀ ਕਰਾਂਗੇ। ਇਹਦੇ ਵਿੱਚ ਰਚਨਾ ਅਸੀਂ ਕੀ ਕਰਨੀ ਹੈ ਕਿ ਤ੍ਰਿਭੁਜ ਦੇ ਵਿੱਚ A ਤੋਂ ਜਿਹੜਾ ਅਸੀਂ ਇੱਕ ਸਿਖਰ ਲੰਬ ਜਿਹੜਾ BC ਤੇ ਖਿੱਚਾਂਗੇ, ਇਸੇ ਤਰ੍ਹਾਂ ਇਸ ਤ੍ਰਿਭੁਜ ਦੇ ਵਿੱਚ P ਸਿਖਰ ਤੋਂ ਸਿਖਰ ਲੰਬ ਅਸੀਂ ਸਾਹਮਣੇ ਵਾਲੀ ਜਿਹੜੀ ਭੁਜਾ QR ਹੈ ਉਹਦੇ ਤੇ ਬਣਾਵਾਂਗੇ। ਠੀਕ ਹੈ, ਇਹ ਸਾਡੇ ਕੋਲ ਇੱਥੇ ਸਿਖਰ ਲੰਬ ਹੈ ਔਰ ਇਹ ਵੀ ਸਿਖਰ ਲੰਬ ਹੈ। ਠੀਕ ਹੈ, ਇਸ ਬਿੰਦੂ ਦਾ ਨਾਮ ਅਸੀਂ M ਰੱਖ ਲੈਂਦੇ ਹਾਂ।
M ਤੇ A ਸਾਡੇ ਕੋਲ M, ਠੀਕ ਹੈ। तो ਰਚਨਾ ਦੇ ਵਿੱਚ ਅਸੀਂ ਲਿਖਾਂਗੇ ਕਿ AM ਲੰਬ BC ਅਤੇ PN ਲੰਬ QR ਖਿੱਚੋ। ਹਾਂਜੀ, ਰਚਨਾ AM ਲੰਬ BC ਅਤੇ PN ਲੰਬ QR ਖਿੱਚੋ, ਠੀਕ ਹੈ। ਸੋ ਇੱਥੇ ਤੱਕ ਅਸੀਂ ਬੜੀ ਆਸਾਨੀ ਦੇ ਨਾਲ ਲਿਖ ਸਕਦੇ ਹਾਂ ਜੋ ਜੋ ਸਾਨੂੰ ਦਿੱਤਾ ਹੈ। ਉਸ ਤੋਂ ਬਾਅਦ ਡਾਇਗਰਾਮ ਜਿਹੜੀ ਬਣਾਉਣੀ ਹੈ, ਸਿੱਧ ਕਰਨਾ ਅਤੇ ਰਚਨਾ। ਹੁਣ ਇਸ ਦਾ ਮੇਨ ਪਾਰਟ ਜਿਹੜਾ ਕਿ ਸਬੂਤ ਹੈ ਉਹ ਅਸੀਂ ਸ਼ੁਰੂ ਕਰਾਂਗੇ, ਠੀਕ ਹੈ। ਸਬੂਤ ਦੇ ਵਿੱਚ ਅਸੀਂ ਇਹ ਵਾਲੀ ਚੀਜ਼ ਜਿਹੜੀ ਆ ਉਹ ਪ੍ਰੂਵ ਕਰਾਂਗੇ ਮੈਥਮੈਟੀਕਲ ਜਿਹੜੇ ਰੂਲਸ ਹੈ ਉਹਨਾਂ ਨੂੰ ਯੂਜ਼ ਕਰਕੇ, ਉਹਨਾਂ ਦੀ ਵਰਤੋਂ ਕਰਕੇ। ਤੋ ਰਚਨਾ ਤੋਂ ਬਾਅਦ ਅਸੀਂ ਕਰਾਂਗੇ ਸਬੂਤ। ਸਬੂਤ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਤ੍ਰਿਭੁਜ ਦੇ ਖੇਤਰਫਲ ਦਾ ਜਿਹੜਾ ਸਾਡੇ ਕੋਲ ਸੂਤਰ ਹੁੰਦਾ ਹੈ। ਤ੍ਰਿਭੁਜ ਦਾ ਖੇਤਰਫਲ ਪਤਾ ਕਰਨ ਲਈ ਸਾਡੇ ਕੋਲ ਫਾਰਮੂਲਾ ਹੁੰਦਾ 1/2 ਗੁਣਾ ਆਧਾਰ ਗੁਣਾ ਲੰਬ, ਠੀਕ ਹੈ। ਤੋ ਇਸ ਫਾਰਮੂਲੇ ਨੂੰ, ਇਸ ਸੂਤਰ ਨੂੰ ਵਰਤ ਕੇ ਅਸੀਂ ਇਹ ਦੋਨੋਂ ਜਿਹੜੀਆਂ ਤ੍ਰਿਭੁਜਾਂ ਨੇ ਇਹਨਾਂ ਦਾ ਖੇਤਰਫਲ ਪਹਿਲਾਂ ਲਿਖਾਂਗੇ। ਹਾਂਜੀ, ਤ੍ਰਿਭੁਜ ABC ਦਾ ਖੇਤਰਫਲ ਇਹ ਸਾਡੇ ਕੋਲ ਬਣੇਗਾ 1/2 ਗੁਣਾ ਆਧਾਰ ਸਾਡੇ ਕੋਲ ਹੈ BC ਤੇ ਇਹਦੇ ਵਿੱਚ ਸਿਖਰ ਲੰਬ ਹੈ ਸਾਡੇ ਕੋਲ AM, ਠੀਕ ਹੈ। ਅਤੇ ਦੂਸਰੀ ਤ੍ਰਿਭੁਜ ਸਾਡੇ ਕੋਲ ਤ੍ਰਿਭੁਜ PQR ਦਾ ਖੇਤਰਫਲ ਇਹ ਸਾਡੇ ਕੋਲ ਬਣ ਜਾਏਗਾ 1/2 ਗੁਣਾ QR ਗੁਣਾ PN, ਠੀਕ ਹੈ। तो ਹੁਣ ਅਸੀਂ ਇਹ ਦੋਨੋਂ ਤ੍ਰਿਭੁਜਾਂ ਦੇ ਖੇਤਰਫਲ ਜਿਹੜੇ ਪਤਾ ਕੀਤੇ ਨੇ ਇਹਨਾਂ ਦਾ ਅਸੀਂ ਅਨੁਪਾਤ ਜਿਹੜਾ ਲਵਾਂਗੇ ABC ਵਟਾ ਤ੍ਰਿਭੁਜ PQR ਦਾ ਖੇਤਰਫਲ ਇਹ ਸਾਡੇ ਕੋਲ ਬਣੇਗਾ 1/2 ਗੁਣਾ BC ਗੁਣਾ AM ਵਟਾ 1/2 ਗੁਣਾ QR ਗੁਣਾ PN, ਠੀਕ ਹੈ। ਸੋ ਇਹਦੇ ਚ 1/2 1/2 ਇਹ ਦੋਨੋਂ ਕੱਟੇ ਜਾਣਗੇ ਆਪਸ ਦੇ ਵਿੱਚ, ਠੀਕ ਹੈ। ਨੈਕਸਟ ਸਟੈਪ ਵਿੱਚ ਇਹ ਸਾਡੇ ਕੋਲ ਬਣ ਜਾਏਗਾ ਤ੍ਰਿਭੁਜ ABC ਦਾ ਖੇਤਰਫਲ ਵਟਾ ਤ੍ਰਿਭੁਜ PQR ਦਾ ਖੇਤਰਫਲ ਬਰਾਬਰ BC ਵਟਾ QR ਗੁਣਾ AM ਵਟਾ PM, ਠੀਕ ਹੈ। ਇਹਨੂੰ ਅਸੀਂ ਸਮੀਕਰਨ 2 ਜਿਹੜਾ ਮਾਰਕ ਕਰ ਲਵਾਂਗੇ, ਠੀਕ ਹੈ। ਇਸ ਤੋਂ ਪਹਿਲਾਂ ਸਮੀਕਰਨ 1 ਆਪਾਂ ਪਰ ਮਾਰਕ ਕਰ ਚੁੱਕੇ ਹਾਂ, ਇਹ ਸਾਡੇ ਕੋਲ ਸਮੀਕਰਨ 2 ਹੋ ਜਾਏਗੀ, ਠੀਕ ਹੈ। ਇਸ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਹੈ ਕਿ ਇਹ ਦੋਨੋਂ ਤ੍ਰਿਭੁਜਾਂ ਦੇ ਵਿੱਚ ਇਹ ਜਿਹੜੀਆਂ ਛੋਟੀਆਂ ਤ੍ਰਿਭੁਜਾਂ ਨੇ AMB ਤੇ ਤ੍ਰਿਭੁਜ PNQ ਉਹਨਾਂ ਨੂੰ ਅਸੀਂ ਸਮਰੂਪ ਜਿਹੜਾ ਹੈ ਉਹ ਸਿੱਧ ਕਰਾਂਗੇ, ਠੀਕ ਹੈ। ਤਾਂ ਆਓ ਦੇਖਦੇ ਹਾਂ। ਤ੍ਰਿਭੁਜ AMB ਅਤੇ PNQ ਵਿੱਚ ਹਾਂਜੀ, तो ये दोनों त्रिभुजां ਦੇ ਵਿੱਚ ਇੱਕ ਤੇ ਸਾਡੇ ਕੋਲ ਇਹ ਜਿਹੜਾ ਕੋਣ ਹੈ B, ਇਹ ਕੋਣ ਜਿਹੜਾ Q ਦੇ ਬਰਾਬਰ ਆਏਗਾ, ਠੀਕ ਹੈ। ਕਿਉਂ? ਕਿਉਂਕਿ ABC ਤੇ PQR ਜਿਹੜੀਆਂ ਤ੍ਰਿਭੁਜਾਂ ਨੇ ਦੋਨੋਂ ਸਮਰੂਪ ਨੇ, ਸਮਰੂਪ ਤ੍ਰਿਭੁਜਾਂ ਦੇ ਸੰਗਤ ਕੋਣ ਜਿਹੜੇ ਉਹ ਬਰਾਬਰ ਹੁੰਦੇ ਆ। तो ਅਸੀਂ ਲਿਖ ਸਕਦੇ ਹਾਂ ਕੋਣ B ਬਰਾਬਰ ਕੋਣ Q, ਠੀਕ ਹੈ। तो ਇਹ ਸਾਡੇ ਕੋਲ ਇਹਦਾ ਕਾਰਨ ਅਸੀਂ ਲਿਖਾਂਗੇ ਕਿ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ PQR ਦੇ, ਠੀਕ ਹੈ। ਤੇ ਦੂਸਰਾ ਸਾਡੇ ਕੋਲ ਕੋਣ ਜਿਹੜਾ AMB ਹੈ, ਠੀਕ ਹੈ। ਇਹ ਕੋਣ ਜਿਹੜਾ 90 ਡਿਗਰੀ ਦਾ ਹੈ ਦੋਨੋਂ ਜਗ੍ਹਾ, ਕੋਣ AMB ਤੇ ਦੂਸਰਾ ਕੋਣ PNQ, ਠੀਕ ਹੈ। ਇਹ ਦੋਨੋਂ ਹੀ 90 ਡਿਗਰੀ ਨੇ, ਦੋਨੋਂ 90 ਡਿਗਰੀ, ਠੀਕ ਹੈ। तो ਜਦੋਂ ਦੋ ਤ੍ਰਿਭੁਜਾਂ ਦੇ ਦੋ ਕੋਣ ਜਿਹੜੇ ਬਰਾਬਰ ਹੋ ਜਾਂਦੇ ਨੇ, ਸੰਗਤ ਕੋਣ ਬਰਾਬਰ ਹੋ ਜਾਂਦੇ ਨੇ, ਤਾਂ ਇਹ ਦੋਨੋਂ ਤ੍ਰਿਭੁਜਾਂ ਨੂੰ ਅਸੀਂ ਲਿਖ ਸਕਦੇ ਹਾਂ ਕਿ ਸਮਰੂਪ ਤ੍ਰਿਭੁਜਾਂ ਨੇ, ਠੀਕ ਹੈ। तो ਇਹ ਸਮਰੂਪਤਾ ਨਿਯਮ ਅਨੁਸਾਰ
हाँ जी, तो त्रिभुज ए एम बी ਇਹ ਸਮਰੂਪ ਹੋ ਜਾਂਦੀ ਹੈ त्रिभुज ਪੀ ਐਨ ਕਿਊ ਦੇ। ਠੀਕ ਹੈ, तो ਜਦੋਂ ਇਹ ਦੋਨੋਂ ਤ੍ਰਿਭੁਜਾਂ ਜਿਹੜੀਆਂ ਸਮਰੂਪ ਹੋ ਜਾਂਦੀਆਂ ਨੇ, ਕਹਿਣ ਦਾ ਭਾਵ ਹੈ ਕਿ ਇਹਨਾਂ ਦੇ ਜਿਹੜੇ ਸੰਗਤ, ਇਹਨਾਂ ਦੀਆਂ ਸੰਗਤ ਭੁਜਾਵਾਂ ਨੇ, ਉਹ ਉਹਨਾਂ ਦਾ ਜਿਹੜਾ ਅਨੁਪਾਤ ਹੈ ਉਹ ਵੀ ਸਾਡੇ ਕੋਲ ਬਰਾਬਰ ਹੋ ਜਾਏਗਾ। ਠੀਕ ਹੈ, तो ਇਹਦੇ ਤੋਂ ਅਸੀਂ ਲਿਖ ਸਕਦੇ ਹਾਂ ਤਾਂ AM ਵਟਾ PN बराबर है AB वटा PQ। ठीक है, AB वटा PQ, ਇਹਨੂੰ ਅਸੀਂ ਮੰਨ ਲੈਂਦੇ ਹਾਂ ਸਮੀਕਰਨ 3। ਠੀਕ ਹੈ, तो ਹੁਣ ਸਾਡੇ ਕੋਲ ਤਿੰਨ ਸਮੀਕਰਨਾਂ ਹੋ ਗਈਆਂ। ਜੇ ਅਸੀਂ ਤਿੰਨੋਂ ਸਮੀਕਰਨਾਂ ਨੂੰ ਇਕੱਠੇ ਦੇਖਦੇ ਹਾਂ ਤਾਂ ਉਹਦੇ ਤੋਂ ਸਾਡੇ ਕੋਲ ਕੀ ਨਤੀਜਾ ਨਿਕਲਦਾ ਹੈ, ਆਓ ਦੇਖਦੇ ਹਾਂ। ਸੋ ਸਕਰੀਨ ਤੇ ਤੁਸੀਂ ਦੇਖ ਰਹੇ ਹੋ, ਇਹ ਸਾਡੇ ਕੋਲ ਉਹ ਦੋ ਸਮੀਕਰਨਾਂ ਨੇ ਜਿਹੜੀਆਂ ਅਸੀਂ ਪਹਿਲਾਂ ਉੱਪਰ ਮੰਨ ਆਏ ਸੀ। ਠੀਕ ਹੈ, ਇਹ ਸਾਡੇ ਕੋਲ ਤੀਜੀ ਸਮੀਕਰਨ ਹੈ। ਤਾਂ ਤਿੰਨੋਂ ਸਮੀਕਰਨਾਂ ਦੇ ਵਿੱਚੋਂ ਜੋ ਸਾਡੇ ਕੋਲ ਨਤੀਜਾ ਨਿਕਲਦਾ ਹੈ ਉਹ ਕੀ ਹੈ, ਜਿਹੜਾ ਅਨੁਪਾਤ ਹੈ ਸਾਡੇ ਕੋਲ ਦੋਨੋਂ ਹੀ ਤ੍ਰਿਭੁਜਾਂ ਦਾ, ਇਹਦੇ ਸੱਜੇ ਪਾਸੇ ਅਗਰ ਅਸੀਂ ਦੇਖਦੇ ਹਾਂ ਤਾਂ BC ਵਟਾ QR ਸਾਡੇ ਕੋਲ ਪਹਿਲਾ ਅਨੁਪਾਤ ਹੈ। तो पहली ਜਿਹੜੀ ਸਮੀਕਰਨ ਹੈ ਉਹ ਸਾਨੂੰ ਕੀ ਦੱਸਦੀ ਹੈ ਕਿ BC ਵਟਾ QR ਉਹ AB ਵਟਾ PQ ਦੇ ਬਰਾਬਰ ਹੈ। ਠੀਕ ਹੈ, तो ਇਹਦੇ ਦੂਸਰੀ ਸਮੀਕਰਨ ਚ ਦੂਸਰਾ ਅਨੁਪਾਤ ਸਾਡੇ ਕੋਲ ਸੱਜੇ ਪਾਸੇ ਹੈ AM ਵਟਾ PN। तो ਤੀਜੀ ਸਮੀਕਰਨ ਸਾਨੂੰ ਦੱਸਦੀ ਹੈ ਕਿ AM ਵਟਾ PN ਦੀ ਜਿਹੜੀ ਕੀਮਤ ਹੈ ਉਹ AB ਵਟਾ PQ ਦੇ ਬਰਾਬਰ ਹੈ। ਕਹਿਣ ਦਾ ਭਾਵ ਹੈ BC ਵਟਾ QR, कहने का भाव है BC वटा QR ਇਹ ਵੀ ਸਾਡੇ ਕੋਲ AB ਵਟਾ PQ ਦੇ ਬਰਾਬਰ ਹੈ। ਇਸੇ ਢੰਗ ਦੇ ਨਾਲ ਜਿਹੜਾ AM ਵਟਾ PN ਹੈ ਉਹ ਵੀ ਸਾਡੇ ਕੋਲ AB ਵਟਾ PQ ਦੇ ਬਰਾਬਰ ਹੈ। तो ਇਸ ਸਮੀਕਰਨ 2 ਦੇ ਵਿੱਚ ਅਸੀਂ ਸਮੀਕਰਨ 1 ਅਤੇ 3 ਦੀ ਜਿਹੜੀ ਵਰਤੋਂ ਕਰਦੇ ਹੋਏ BC ਵਟਾ QR ਨੂੰ AB ਵਟਾ PQ ਲਿਖਾਂਗੇ ਅਤੇ AM ਵਟਾ PN ਨੂੰ ਵੀ AB ਵਟਾ PQ ਲਿਖਾਂਗੇ। ਠੀਕ ਹੈ, तो ਅਸੀਂ ਇੱਥੇ ਲਿਖਦੇ ਹਾਂ ਸਮੀਕਰਨ 1 ਅਤੇ 3 ਦੀ ਵਰਤੋਂ ਸਮੀਕਰਨ 2 ਵਿੱਚ ਕਰਨ ਤੇ ਸਮੀਕਰਨ 2 ਵਿੱਚ ਕਰਨ ਤੇ। ਠੀਕ ਹੈ, तो ਇਹ ਸਾਡੇ ਕੋਲ ਬਣ ਜਾਂਦਾ ਹੈ ਕਿ ਤ੍ਰਿਭੁਜ ABC ਦਾ ਖੇਤਰਫਲ ਵਟਾ ਤ੍ਰਿਭੁਜ PQR ਦਾ ਖੇਤਰਫਲ ਇਹ ਸਾਡੇ ਕੋਲ ਬਰਾਬਰ ਹੈ BC ਵਟਾ QR ਦੀ ਜਗ੍ਹਾ ਤੇ AB ਵਟਾ PQ ਆ ਜਾਏਗਾ। ठीक है, और इसी ढंग के नाल AM वटा PN की जगह पे भी AB वटा PQ आ जाएगा। ठीक है, तो ये साडे कोल बन जाएगा AB वटा PQ ਦਾ ਸਕੁਆਇਰ। ठीक है, तो ਹੁਣ ਇਹਦੇ ਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਦੋ ਤ੍ਰਿਭੁਜਾਂ ਦਾ ਖੇਤਰਫਲ ਸੀ, ਸਾਡੇ ਕੋਲ ਖੇਤਰਫਲਾਂ ਦਾ ਅਨੁਪਾਤ ਸੀ, ਉਹ ਦੋਨੋਂ ਤ੍ਰਿਭੁਜਾਂ ਦੀਆਂ ਸੰਗਤ ਭੁਜਾਵਾਂ ਦੇ AB ਅਤੇ PQ ਦੇ ਅਨੁਪਾਤ ਦੇ ਵਰਗ ਦੇ ਬਰਾਬਰ ਸਾਡੇ ਕੋਲ ਆ ਗਿਆ। ਠੀਕ ਹੈ, ਇਸ ਤੋਂ ਬਾਅਦ ਸਮੀਕਰਨ 1 ਸਾਨੂੰ ਇਹ ਦੱਸਦੀ ਹੈ ਕਿ AB ਵਟਾ PQ ਦੀ ਕੀਮਤ ਜਿਹੜੀ ਉਹ BC ਵਟਾ QR ਦੇ ਬਰਾਬਰ ਹੈ। ਸੋ AB ਵਟਾ PQ ਦੀ ਜਗ੍ਹਾ ਤੇ BC ਵਟਾ QR ਵੀ ਲਿਖਿਆ ਜਾ ਸਕਦਾ ਹੈ और फर्दर ਇਹਦੀ ਜਿਹੜੀ ਕੀਮਤ ਹੈ ਉਹ AC ਵਟਾ PR ਦੇ ਬਰਾਬਰ ਵੀ ਹੈ। तो AB ਵਟਾ PQ ਦੀ ਜਗ੍ਹਾ ਤੇ ਅਸੀਂ AC ਵਟਾ PR ਵੀ ਲਿਖ ਸਕਦੇ ਹਾਂ। ਠੀਕ ਹੈ, ਸੋ ਸਮੀਕਰਨ ਇਹਨੂੰ ਅਸੀਂ ਸਮੀਕਰਨ ਜਿਹੜਾ 4 ਮੰਨ ਲੈਂਦੇ ਹਾਂ। तो ਸਮੀਕਰਨ 1 ਅਤੇ 4 ਤੋਂ ਸੋ ਸਮੀਕਰਨ 1 ਅਤੇ 4 ਤੋਂ ਸਾਨੂੰ ਕੀ ਪਤਾ ਚੱਲਦਾ ਹੈ ਕਿ ਤ੍ਰਿਭੁਜ ABC ਦਾ ਖੇਤਰਫਲ ਦਾ ਅਨੁਪਾਤ ਤ੍ਰਿਭੁਜ PQR ਦੇ ਖੇਤਰਫਲ ਦੇ ਨਾਲ ਇਹ ਬਰਾਬਰ ਹੈ ਸਾਡੇ ਕੋਲ AB ਵਟਾ PQ ਦਾ ਵਰਗ, ਇਹ ਬਰਾਬਰ ਹੈ ਸਾਡੇ ਕੋਲ BC ਵਟਾ QR ਦਾ ਵਰਗ, ਇਹ ਬਰਾਬਰ ਹੈ ਸਾਡੇ ਕੋਲ AC ਵਟਾ PR ਦਾ ਵਰਗ। ठीक है, तो यही वो रिजल्ट सी साडे कोल, वो नतीजा सी जिहड़ा असीं सिद्ध करना सी, सिद्ध कीता। ठीक है, सो इस तरह असीं कह सकते हैं दो समरूप त्रिभुजां दे खेत्रफलां दे अनुपात उन्हां दीयां संगत भुजावां दे अनुपात दे वर्गां दे बराबर हुंदे ने। ठीक है, हाँ, सो इस तरह
ਸੋ ਇਸ ਤਰ੍ਹਾਂ ਮੈਨੂੰ ਉਮੀਦ ਹੈ ਕਿ ਪੂਰੀ ਥਿਊਰਮ ਨੂੰ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੋਏਗੀ, ਠੀਕ ਹੈ। ਇਹਨੂੰ ਨਾਲ ਨਾਲ ਉਤਾਰਿਆ ਵੀ ਹੋਏਗਾ। ਸੋ ਇਹਦਾ ਤੁਸੀਂ ਅਭਿਆਸ ਜ਼ਰੂਰ ਕਰਨਾ ਹੈ, ਠੀਕ ਹੈ। ਅਭਿਆਸ ਕਰੋਗੇ ਤਾਂ ਇਹਦਾ ਇੱਕ ਇੱਕ ਸਟੈਪ ਜਿਹੜਾ ਉਹ ਤੁਹਾਨੂੰ ਸਮਝਣ ਦੇ ਵਿੱਚ ਜਿਹੜੀ ਆਸਾਨੀ ਹੋ ਜਾਏਗੀ, ਠੀਕ ਹੈ। ਤੋ ਇਹਨੂੰ ਯਾਦ ਵੀ ਤੁਸੀਂ ਕਰ ਸਕੋਗੇ। ਸ਼ੁਰੂਆਤ ਕਰੋ, ਪਹਿਲਾਂ ਥੋੜਾ ਥੋੜਾ ਪਾਰਟ ਜਿਹੜਾ ਇਹਦਾ ਯਾਦ ਕਰਨ ਦੀ, ਸਮਝਣ ਦੀ ਕੋਸ਼ਿਸ਼ ਕਰੋ। ਉਸ ਤੋਂ ਬਾਅਦ ਫਿਰ ਤੁਸੀਂ ਪੂਰੀ ਥਿਊਰਮ ਜਿਹੜੀ ਹੈ ਉਹਨੂੰ ਵੀ ਲਿਖ ਕੇ ਦੇਖ ਸਕਦੇ ਹੋ, ਠੀਕ ਹੈ ਬੱਚਿਓ। ਆਓ ਇਸੇ ਹੀ ਪ੍ਰਮੇय, ਇਸੇ ਵੀ ਥਿਊਰਮ ਦੇ ਉੱਤੇ ਆਧਾਰਿਤ ਸਵਾਲ ਜਿਹੜੇ ਉਹ ਅਸੀਂ ਹੱਲ ਕਰਦੇ ਹਾਂ, ਠੀਕ ਹੈ। ਤੋਂ ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਮੰਨ ਲਓ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ DEF ਅਤੇ ਇਹਨਾਂ ਦੇ ਖੇਤਰਫਲ ਕ੍ਰਮਵਾਰ 64 ਸੈਂਟੀਮੀਟਰ ਸਕੁਆਇਰ ਅਤੇ 121 ਸੈਂਟੀਮੀਟਰ ਸਕੁਆਇਰ ਹਨ। ਜੇਕਰ EF ਬਰਾਬਰ 15.4 ਸੈਂਟੀਮੀਟਰ ਹੋਵੇ ਤਾਂ BC ਜਿਹੜਾ ਉਹ ਅਸੀਂ ਪਤਾ ਕਰਨਾ ਹੈ, ਠੀਕ ਹੈ। तो आओ सब तो पहला ਅਸੀਂ ਲਿਖਦੇ ਹਾਂ त्रिभुज ABC ਅਤੇ त्रिभुज DEF ਸਮਰੂਪ ਹਨ। ਇਸ ਲਈ ਦੋਨਾਂ ਦੇ ਖੇਤਰਫਲਾਂ ਦਾ ਜਿਹੜਾ ਅਨੁਪਾਤ ਹੈ ਉਹ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤਾਂ ਦੇ ਵਰਗਾਂ ਦੇ ਬਰਾਬਰ ਹੋਏਗਾ। ਭਾਵ AB ਬਟਾ DE ਸਕੁਆਇਰ ਆ ਜਾਏਗਾ ਸਾਡੇ ਕੋਲ, ਔਰ ਬਰਾਬਰ ਆਏਗਾ AC ਬਟਾ DF ਦਾ ਵਰਗ, ਔਰ ਇਹ ਬਰਾਬਰ ਸਾਡੇ ਕੋਲ ਆ ਜਾਏਗਾ BC ਬਟਾ EF ਦਾ ਵਰਗ। तो ਹੁਣ ਸਾਨੂੰ ਜੋ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਸਵਾਲ ਦੇ ਵਿੱਚ ਕਿ ਤ੍ਰਿਭੁਜ ABC ਦਾ ਜਿਹੜਾ ਏਰੀਆ ਹੈ, ਖੇਤਰਫਲ ਹੈ, ਉਹ 64 ਸੈਂਟੀਮੀਟਰ ਸਕੁਆਇਰ ਹੈ ਸਾਡੇ ਕੋਲ, 64 ਸੈਂਟੀਮੀਟਰ ਵਰਗ। ਸੋ ਏਰੀਆ ਆਫ ਟ੍ਰਾਇੰਗਲ ABC ਇਹ ਸਾਡੇ ਕੋਲ ਆਏਗਾ 64 ਵਰਗ ਸੈਂਟੀਮੀਟਰ ਤੇ ਤ੍ਰਿਭੁਜ DEF ਦਾ ਖੇਤਰਫਲ ਇਹ ਸਾਡੇ ਕੋਲ ਬਰਾਬਰ ਹੈ 121 ਵਰਗ ਸੈਂਟੀਮੀਟਰ। ਇਸ ਤੋਂ ਬਾਅਦ ਭੁਜਾ EF ਜਿਹੜੀ ਇਹ ਸਾਨੂੰ ਦਿੱਤੀ ਹੋਈ ਹੈ ਅਤੇ ਭੁਜਾ EF ਬਰਾਬਰ ਹੈ 15.4 15.4 ਸੈਂਟੀਮੀਟਰ, ਠੀਕ ਹੈ। तो ਹੁਣ ਇਹਦੇ ਵਿੱਚ ਅਸੀਂ BC ਜਿਹੜੀ ਭੁਜਾ ਹੈ ਉਹ ਪਤਾ ਕਰਨੀ ਹੈ। ਤਾਂ ਉਹਦੇ ਲਈ ਇੱਕ ਤੇ ਖੱਬੇ ਪਾਸੇ ਜਿਹੜਾ ਇਹ ਅਨੁਪਾਤ ਹੈ ਇਹ ਸਾਡੇ ਕੰਮ ਆਏਗਾ, ਔਰ ਇਸ ਤੋਂ ਬਾਅਦ BC ਤੇ EF ਇਹ ਸਾਡੇ ਕੰਮ ਆਏਗਾ, ਠੀਕ ਹੈ। तो ਅਸੀਂ ਇਹਨਾਂ ਦੋਨਾਂ ਦੇ ਵਿੱਚ ਇਹ ਜਿਹੜਾ ਅਨੁਪਾਤ ਹੈ ਤੇ ਇਹ ਅਨੁਪਾਤ ਹੈ, ਇਹਨਾਂ ਦੋਨਾਂ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਉਹ ਭਰਾਂਗੇ ਤੇ BC ਦੀ ਜਿਹੜੀ ਕੀਮਤ ਹੈ ਇੱਥੋਂ ਅਸੀਂ ਪਤਾ ਕਰ ਸਕਾਂਗੇ, ਠੀਕ ਹੈ। ਸੋ ਏਰੀਆ ਆਫ ट्रायंगल ABC, ठीक है। ABC त्रिभुज का खेत्रफल, त्रिभुज DEF का खेत्रफल ਇਹ ਸਾਡੇ ਕੋਲ ਬਰਾਬਰ ਹੈ BC ਤੇ EF ਦੇ ਅਨੁਪਾਤ ਦੇ ਵਰਗ ਦੇ, ਠੀਕ ਹੈ। तो इट इंप्लाइज ਇਹਦੇ ਤੋਂ ਸਾਡੇ ਕੋਲ ਕੀ ਆਏਗਾ, त्रिभुज ABC ਦਾ ਜਿਹੜਾ ਖੇਤਰਫਲ ਹੈ ਉਹ ਸਾਡੇ ਕੋਲ 64 ਹੈ, ਅਸੀਂ 64 ਫਿਲ ਕਰ ਦੇਵਾਂਗੇ। DEF त्रिभुज ਦਾ ਖੇਤਰਫਲ 121 ਹੈ ਤਾਂ 121 ਆਪਾਂ ਇੱਥੇ ਭਰ ਦੇਵਾਂਗੇ, ਠੀਕ ਹੈ। और दूसरी साइड ਸਾਡੇ ਕੋਲ ਆ ਜਾਏਗਾ BC ਦੀ ਕੀਮਤ ਅਸੀਂ ਪਤਾ ਕਰਨੀ ਹੈ। EF ਦੀ ਕੀਮਤ ਸਾਨੂੰ 15.4 ਜਿਹੜੀ ਉਹ ਦਿੱਤੀ ਹੋਈ ਹੈ, ਠੀਕ ਹੈ। और इसका वर्ग, ठीक है। सब तो पहला ਅਸੀਂ ਦੋਨੋਂ ਸਾਈਡ ਵਰਗਮੂਲ ਲੈ ਲਵਾਂਗੇ, ठीक है। तो 64 ਦਾ ਜਿਹੜਾ ਵਰਗਮੂਲ ਹੈ ਇਹ ਸਾਡੇ ਕੋਲ ਆ ਜਾਏਗਾ 8, 121 ਦਾ ਵਰਗਮੂਲ ਸਾਡੇ ਕੋਲ 11 ਆ ਜਾਏਗਾ ਤੇ ਸੱਜੇ ਪਾਸੇ ਜਦੋਂ ਅਸੀਂ ਵਰਗਮੂਲ ਲਵਾਂਗੇ ਤਾਂ ਇਹ ਵਰਗ ਜਿਹੜਾ ਹੈ ਵਰਗਮੂਲ ਦੇ ਨਾਲ ਖਤਮ ਹੋ ਜਾਏਗਾ। ਸਾਡੇ ਕੋਲ ਬਚੇਗਾ BC ਵਟਾ 15.4, ठीक है। तो ਇਹਦੇ ਵਿੱਚੋਂ BC ਦੀ ਜਿਹੜੀ ਕੀਮਤ ਹੈ ਅਸੀਂ ਪਤਾ ਕਰਨੀ ਹੈ। तो BC ਸਾਡੇ ਕੋਲ ਬਣ ਜਾਏਗਾ 15.4, ਜਿਹੜਾ ਇੱਧਰ ਭਾਗ ਕਰ ਰਿਹਾ ਦੂਜੇ ਪਾਸੇ ਜਾ ਕੇ ਜਿਹੜਾ ਗੁਣਾ ਹੋ ਜਾਏਗਾ। तो ਇਹ ਸਾਡੇ ਕੋਲ ਆਏਗਾ 8 ਗੁਣਾ 15.4 ਵਟਾ 11, ਠੀਕ ਹੈ। तो 15.4 ਨੂੰ ਅਸੀਂ 11 ਦੇ ਨਾਲ ਭਾਗ ਕਰ ਸਕਦੇ ਹਾਂ। 11 ਏਕਮ 11, ਇਹ ਸਾਡੇ ਕੋਲ 11 ਏਕਮ 11 ਆਏਗਾ। ਉਸ ਤੋਂ ਬਾਅਦ ਇਹ ਸਾਡੇ ਕੋਲ 44 ਬਚੇਗਾ ਇੱਥੇ 4.5, तो दशमलव आ जाएगा ਸਾਡੇ ਕੋਲ क्योंकि पॉइंट तो ਅਸੀਂ ਅੱਗੇ ਜਾ ਰਹੇ ਹਾਂ। तो ये बनेगा साढ़े को 4, ठीक है। 11 चौक 44, तो ये अपने को बन जाता है 8 गुणा 1.4, ठीक है। तो
तो ये साढ़े कोल आ जाएगा 1.4 ਨੂੰ 8 ਨਾਲ ਅਸੀਂ ਗੁਣਾ ਕਰਾਂਗੇ 8 ਚੌਕਾ 32 2 3 ਹਾਸਲ 8 1 8 8 ਤੇ 3 11 ठीक है। तो 11.2 ਜਿਹੜਾ ਸਾਡੇ ਕੋਲ ਇਹ ਬਣ ਜਾਂਦਾ ਹੈ ठीक है। तो कहने ਦਾ ਭਾਵ ਹੈ ਜਿਹੜੀ BC ਦੀ ਸਾਡੇ ਕੋਲ ਲੰਬਾਈ ਹੈ BC ਦਾ ਮਾਪ ਹੈ ਜੋ ਅਸੀਂ ਪਤਾ ਕਰਨਾ ਸੀ ਉਹ ਸਾਡੇ ਕੋਲ 11.2 ਹੈ ਇਸ ਸਵਾਲ ਦੇ ਵਿੱਚ। ਇਹ ਹੀ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ ਠੀਕ ਹੈ। तो ਤੁਸੀਂ ਦੇਖਿਆ ਕਿ ਕਿਵੇਂ ਅਸੀਂ ਤ੍ਰਿਭੁਜਾਂ ਦੇ ਖੇਤਰਫਲ ਵਾਲੀ ਪ੍ਰਮੇय ਦੀ ਵਰਤੋਂ ਕਰਕੇ ਇਸ ਸਵਾਲ ਨੂੰ ਅਸੀਂ ਹੱਲ ਕੀਤਾ ਹੈ। ਸੋ ਪ੍ਰਮੇय ਦੇ ਉੱਤੇ ਆਧਾਰਿਤ ਅਗਲਾ ਸਵਾਲ ਅਸੀਂ ਦੇਖਦੇ ਹਾਂ। ਇੱਕ ਸਮਲੰਬ ਚਤੁਰਭੁਜ ABCD ਜਿਸ ਵਿੱਚ AB ਸਮਾਨਾਂਤਰ DC ਹੈ ਦੇ ਵਿਕਰਨ ਆਪਸ ਵਿੱਚ O ਬਿੰਦੂ ਉੱਤੇ ਕੱਟਦੇ ਹਨ। ਜੇਕਰ AB ਬਰਾਬਰ 2CD ਹੋਵੇ ਤਾਂ ਤ੍ਰਿਭੁਜਾਂ AOB ਅਤੇ COD ਦੇ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ ਠੀਕ ਹੈ। तो ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਸਮਲੰਬ ਚਤੁਰਭੁਜ ਜਿਹੜੀ ਉਹ ਬਣਾ ਲੈਂਦੇ ਹਾਂ। ठीक है। तो ਇਹ ਸਾਡੇ ਕੋਲ ਸਮਲੰਬ ਚਤੁਰਭੁਜ ਹੈ ਇਹਦਾ ਨਾਮ ਅਸੀਂ ਰੱਖ ਲੈਂਦੇ ਹਾਂ ABCD ਜਿਵੇਂ ਕਿ ਸਵਾਲ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ठीक है। AB ਦੀ ਲੰਬਾਈ ਜਿਹੜੀ ਹੈ ਉਹ CD ਤੋਂ ਦੁੱਗਣੀ ਹੈ ਔਰ CD ਤੇ AB ਦੋਨੋਂ ਜਿਹੜੀਆਂ ਭੁਜਾਵਾਂ ਨੇ ਆਪਸ ਦੇ ਵਿੱਚ ਸਮਾਨਾਂਤਰ ਨੇ ਠੀਕ ਹੈ। तो ਇਹਨਾਂ ਦੇ ਵਿਕਰਨ ਜਿਹੜੇ ਹੈਗੇ ਇਸ ਸਮਲੰਬ ਚਤੁਰਭੁਜ ਦੇ ਉਹ ਬਿੰਦੂ O ਤੇ ਕੱਟਦੇ ਆ ਤਾਂ ਆਪਾਂ ਦੋ ਵਿਕਰਨ ਜਿਹੜੇ ਉਹ ਬਣਾ ਲੈਂਦੇ ਆ। ਇਹ ਵਿਕਰਨ ਸਾਡੇ ਕੋਲ BD है इस तो बाद AC विकर्ण ठीक है। तो ये दोनों विकर्ण जड़े ने वो आपस में जिस बिंदु ते कटते हैं उस बिंदु का नाम है O ठीक है। तो असी ये सिद्ध करना है असी ये पता करना है त्रिभुज AOB ਅਤੇ त्रिभुज COD ਦੇ ਖੇਤਰਫਲਾਂ ਦਾ अनुपात ठीक है। तो आओ करते हैं ਇਹਨੂੰ ਅਸੀਂ। सो ਆਪਾਂ ਲਿਖਦੇ ਹਾਂ ਸਮਲੰਬ ਚਤੁਰਭੁਜ ABCD ਵਿੱਚ AB समानांतर DC है AB समानांतर DC है ਅਤੇ AB बराबर दो गुणा CD है ठीक है। तो त्रिभुजां ਦਾ ਅਨੁਪਾਤ ਅਸੀਂ ਪਤਾ ਕਰਨਾ ਹੈ ਇਹਦੇ ਵਿੱਚ ਠੀਕ ਹੈ। तो ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਤ੍ਰਿਭੁਜ ਸਾਡੇ ਕੋਲ AOB ਤੇ COD ਹੈ ਇਹਨਾਂ ਦੇ ਵਿੱਚ ਇੱਕ ਤਾਂ ਇਹ ਸਾਡੇ ਕੋਲ ਕੋਣ ਹੈ ਜਿਹੜਾ ਇਹਨਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਹਿੰਦੇ ਹਾਂ ਵਰਟੀਕਲੀ ਆਪੋਜ਼ਿਟ ਐਂਗਲ ਇਹ ਦੋਨਾਂ ਦੇ ਜਿਹੜੇ ਬਰਾਬਰ ਹੋਣਗੇ ਸਾਡੇ ਕੋਲ ਠੀਕ ਹੈ। ਉਸ ਤੋਂ ਬਾਅਦ ਇਹ ਕੋਣ ਜਿਹੜਾ ਸਾਡੇ ਕੋਲ OAB ਹੈ ਇਹ ਕੋਣ OCD ਦੇ ਬਰਾਬਰ ਹੋਏਗਾ ਇਹ ਸਾਡੇ ਕੋਲ ਇਕਾਂਤਰ ਖੰਡਾਂ ਵਿੱਚ ਬਣੇ कोण है क्योंकि AB ਤੇ CD दोनों DC दोनों आपस ਦੇ ਵਿੱਚ ਸਮਾਨਾਂਤਰ ਨੇ ਠੀਕ ਹੈ। तो दोनों त्रिभुजां ਨੂੰ ਅਸੀਂ ਸਭ ਤੋਂ ਪਹਿਲਾਂ ਸਮਰੂਪ ਜਿਹੜਾ ਸਿੱਧ ਕਰਨਾ ਹੈ ਠੀਕ ਹੈ। ਸਮਰੂਪ ਸਿੱਧ ਕਰਨ ਦੇ ਲਈ ਇਹ ਦੋ ਕੋਣ ਜਿਹੜੇ ਸੰਗਤ ਕੋਣ ਆਪਸ ਬਰਾਬਰ ਨੇ ਇਹ ਬਹੁਤ ਨੇ ਠੀਕ ਹੈ। त्रिभुज AOB ਅਤੇ त्रिभुज COD ਵਿੱਚ कोण AOB बराबर है कोण COD ਦੇ और क्यों बराबर ने ये साडे कोल शिखर सन्मुख कोण ने शिखर सन्मुख कोण ठीक है। और इस तो बाद जिहड़ा कोण OAB है ये समान है कोण OCD ਦੇ ठीक है। ये क्यों समान है एकांतर कोण एकांतर अंदरले कोण कह सकते हैं आप इन्हां नूं ठीक है।
तो हुण क्योंकि दो कोण जिहड़े साडे कोल संगत कोण दोनों त्रिभुजां 'ਚ बराबर ने, तो ये समरूपता नियम अनुसार ये दोनों त्रिभुजां साडे कोल समरूप हो जांदियां ने। ठीक है, ये समरूपता नियम अनुसार त्रिभुज AOB समरूप है त्रिभुज COD ਦੇ। ठीक है, तो जेकर दोनों त्रिभुजां समरूप ने ਤਾਂ ਜਿਹੜੀ ਪ੍ਰਮੇय ਅਸੀਂ ਕੀਤੀ ਹੈ ਉਹਦੇ ਅਕੋਰਡਿੰਗ ਇਹਨਾਂ ਦੇ ਜਿਹੜੇ ਖੇਤਰਫਲਾਂ ਦਾ ਅਨੁਪਾਤ ਹੈ ਉਹ ਇਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਦੇ ਵਰਗ ਦੇ ਸਮਾਨ ਹੋਏਗਾ। ਠੀਕ ਹੈ, ਸੋ ਅਸੀਂ ਕਹਿ ਸਕਦੇ ਹਾਂ त्रिभुज AOB ਦਾ ਖੇਤਰਫਲ ਵਟਾ त्रिभुज COD ਦਾ ਖੇਤਰਫਲ ਇਹ ਸਾਡੇ ਕੋਲ ਬਰਾਬਰ ਹੈ AB ਵਟਾ CD ਦੇ ਵਰਗ ਦੇ। ਠੀਕ ਹੈ, ਇਹਦੇ ਵਿੱਚੋਂ ਇਹ ਦੋਨੋਂ ਭੁਜਾਵਾਂ ਦਾ ਅਨੁਪਾਤ ਅਸੀਂ ਲੈ ਲੈਂਦੇ ਹਾਂ। तो सवाल ਦੇ ਵਿੱਚ ਸਾਨੂੰ ਇਹ ਦਿੱਤਾ ਹੋਇਆ ਕਿ AB ਬਰਾਬਰ 2 ਗੁਣਾ CD ਹੈ। ਠੀਕ ਹੈ, तो AB ਦੀ ਕੀਮਤ ਜਿਹੜੀ ਅਸੀਂ ਉਹ 2 ਗੁਣਾ CD ਇੱਥੇ ਭਰ ਦਿਆਂਗੇ। ठीक है, तो ये CD ਤੇ CD दोनों ਜਿਹੜੇ कैंसिल हो जाएंगे, ਸਾਡੇ ਕੋਲ ਬਚੇਗਾ 2/1 ਦਾ वर्ग। ठीक है, तो ये ਸਾਡੇ ਕੋਲ बन जाएगा 4/1। ठीक है, तो इस ढंग ਦੇ ਨਾਲ ਅਸੀਂ ਹੁਣ ਕਹਿ ਸਕਦੇ ਹਾਂ ਕਿ त्रिभुज AOB ਅਤੇ त्रिभुज COD ਦੇ ਖੇਤਰਫਲਾਂ ਦਾ ਅਨੁਪਾਤ 4/1 है। ठीक है, इस तरह त्रिभुज AOB ਅਤੇ त्रिभुज COD ਦੇ ਖੇਤਰਫਲਾਂ ਦਾ ਅਨੁਪਾਤ 4/1। ठीक है, कहने का भाव है कि जी त्रिभुज AOB का खेत्रफल है वो COD के खेत्रफल तो 4 गुणा होएगा जेकर AB जो है वो CD तो दुगना है। ठीक है, सो इस ढंग के नाल प्रमेय नूं वरत के असी इस सवाल नूं हल किया है। सो मैनू पूरी उम्मीद है कि अज के लैसन नूं तुसीं बहुत चंगे ढंग दे नाल देखिया होएगा, समझा होएगा। तो जिहड़ी प्रमेय असीं अज कीती है कि खेत्रफलां दो समरूप त्रिभुजां दे खेत्रफलां दा अनुपात उन्हां दीआं संगत भुजावां दे अनुपात दे वर्ग दे समान हुंदा है। सो उस ते बेस जिहड़े सवाल वो भी तुसीं बहुत चंगे ढंग दे नाल समझे होणगे, नोट भी कीते होणगे। सो अज के लैसन विच इन्ना ही, फिर मिलांगे आपां अगले लैसन विच अगली थ्योरम ते अगले सवालों के नाल। उदों तक सत श्री अकाल।